हाँ जी प्यारे दोस्तों, सत श्री अकाल। मैं कुलदीप कौर ਚੱਠਾ ਅੱਜ ਤੁਹਾਡੇ ਸਾਹਮਣੇ ਕਹਾਣੀ ਨੁਸਰਤ ਲਾਡੀ ਪੇਸ਼ ਕਰਨ ਜਾ ਰਹੀ ਹਾਂ, ਜੋ ਕਿ ਮਹਿੰਦਰ ਸਿੰਘ ਤਤਲਾ ਹੁਣਾਂ ਦੀ ਲਿਖੀ ਹੋਈ ਹੈ। ਬਾਜ਼ਾਰ ਵਿੱਚ ਅੰਤਾਂ ਦੀ ਭੀੜ ਹੈ, ਪਰ ਮੈਂ ਹੌਲੀ-ਹੌਲੀ ਕਲੀਨਿਕ ਵਿੱਚ ਪਹੁੰਚ ਜਾਂਦਾ ਹਾਂ। ਅਗਾਂਹ ਕਲੀਨਿਕ ਵਿੱਚ ਕਿਹੜਾ ਘੱਟ ਭੀੜਿਆ, ਤਿਲ ਸੁੱਟਣ ਨੂੰ ਥਾਂ ਨਹੀਂ। ਭੀੜ ਵਿੱਚੋਂ ਹੀ ਇੱਕ ਵਿਅਕਤੀ ਮੇਰਾ ਨਾਂ ਲੈ ਕੇ ਹਾਕ ਮਾਰਦਾ ਹੈ। ਮੈਂ ਚਾਰੇ ਪਾਸੇ ਨਜ਼ਰ ਦੌੜਾਉਂਦਾ ਹਾਂ, ਪਰ ਮੇਰੀ ਜਾਣ ਪਹਿਚਾਣ ਵਾਲਾ ਤਾਂ ਕੋਈ ਵੀ ਨਹੀਂ। ਸੋਚਦਾ ਹਾਂ ਕਿਸੇ ਨੂੰ ਗਲਤ ਫਹਿਮੀ ਹੋ ਗਈ ਲੱਗਦੀ ਹੈ। ਅਜਿਹਾ ਵੀ ਹੋਣਾ ਮੁਸ਼ਕਲ ਲੱਗਦਾ ਹੈ, ਕਿਉਂਕਿ ਆਵਾਜ਼ ਤਾਂ ਮੇਰਾ ਨਾਂ ਲੈ ਕੇ ਹੀ ਮਾਰੀ ਹੈ। ਜ਼ਰੂਰ ਕੋਈ ਜਾਣਕਾਰ ਆਦਮੀ ਇੱਥੇ ਮੌਜੂਦ ਹੈ। ਅਜੇ ਸੋਚ ਹੀ ਰਿਹਾ ਹਾਂ ਕਿ ਅਚਨਚੇਤ ਇੱਕ ਆਦਮੀ ਮੇਰੇ ਮੋਢੇ 'ਤੇ ਹੱਥ ਰੱਖ ਕੇ ਆਖਦਾ ਹੈ, "ਬਾਈ, ਪਹਿਚਾਣਿਆ ਨਹੀਂ?" ਮੈਂ ਹੈਰਾਨ ਹੋਇਆ ਜੱਕਾਂ ਤੱਕਾਂ ਵਿੱਚ ਹਾਂ। ਆਵਾਜ਼ ਜਾਣੀ ਪਹਿਚਾਣੀ ਲੱਗਦੀ ਹੈ, ਪਰ ਬੰਦਾ ਪਛਾਣ ਵਿੱਚ ਨਹੀਂ ਆ ਰਿਹਾ। ਅਖੀਰ ਆਖਦਾ ਹਾਂ, "ਨਹੀਂ ਜੀ, ਮੈਂ ਤਾਂ ਤੁਹਾਨੂੰ ਜਾਣਦਾ ਨਹੀਂ।" "ਹਾਂ ਬਾਈ ਸਿਆਂ, ਬਿਲਕੁਲ ਸੱਚ ਆ। ਸ਼ਹਿਰੀ ਲੋਕ ਪਿੰਡਾਂ ਵਾਲਿਆਂ ਨੂੰ ਭੁੱਲ ਹੀ ਜਾਂਦੇ ਆ। ਇਹੀ ਤਾਂ ਫਰਕ ਹੈ, ਸ਼ਹਿਰੀ ਘੁਟਵੇਂ ਸੁਭਾਅ ਦਾ ਅਤੇ ਪੇਂਡੂ ਖੁੱਲ੍ਹੇ ਡੁੱਲੇ ਮਾਹੌਲ ਦਾ। ਹੈਰਾਨ ਹਾਂ, ਕੁਝ ਸਮਝ ਨਹੀਂ ਆਉਂਦਾ। ਬੰਦਾ ਜ਼ਰੂਰ ਕਿਤੇ ਦੇਖਿਆ ਹੋਇਆ, ਹੋ ਸਕਦਾ ਸਾਡੇ ਪਿੰਡਾਂ ਵੱਲ ਦਾ ਹੀ ਹੋਊ ਵੀ ਕੋਈ ਚੰਗਾ ਜਾਣਕਾਰ, ਤਾਂ ਹੀ ਤਾਂ ਸੋਭ ਮਾਰੀ ਆ।" ਫਿਰ ਉਹ ਬੋਲਦਾ ਹੈ, "ਬਾਈ, ਮੈਂ ਲਾਡੀ ਆਂ, ਅਵਤਾਰ।" "ਓਹੋ ਲਾਡੀ, ਤੂੰ ਹੈਂ? ਤੂੰ? ਇਹ ਕੀ ਹੋ ਗਿਆ ਤੈਨੂੰ? ਤੇਰੇ ਸਰੀਰ ਦਾ ਇਹ ਹਾਲ? ਯਾਰ, ਤੂੰ ਤਾਂ ਸਾਹਨ ਨੂੰ ਧੱਕਾ ਦੇ ਕੇ ਉਸਦੇ ਪੈਰ ਉਖੇੜ ਦਿੰਦਾ ਸੈਂ।" ਮੈਥੋਂ ਸੁਭਾਵਕ ਹੀ ਸਭ ਕੁਝ ਆਖਿਆ ਗਿਆ। ਉਹ ਮੇਰਾ ਬਚਪਨ ਦਾ ਬੇਲੀ ਸੀ, ਅਵਤਾਰ ਸਿੰਘ, ਜਿਸ ਨੂੰ ਅਸੀਂ ਪਿਆਰ ਨਾਲ ਲਾਡੀ ਆਖਦੇ ਸਾਂ। ਗੋਰਾ ਚਿੱਟਾ ਰੰਗ, ਜੁੱਸੇ ਭਰਿਆ ਸਰੀਰ, ਜੋ ਕਿ ਹਰ ਇੱਕ ਨੂੰ ਪਹਿਲੀ ਨਜ਼ਰੇ ਹੀ ਮੋਹ ਲੈਂਦਾ ਸੀ। ਪਰ ਪਤਾ ਨਹੀਂ ਉਸ ਦਾ ਗਿਆਨ ਏਡਾ ਵਿਸ਼ਾਲ ਸੀ, ਜੋ ਫਿਲਮਾਂ ਦੇ ਐਕਟਰਾਂ ਤੋਂ ਲੈ ਕੇ ਪਹਿਲਵਾਨਾਂ ਦੇ ਨਾਵਾਂ ਨਾਲ ਜੁੜੀਆਂ ਗਾਥਾਵਾਂ ਬਾਰੇ ਬਹੁਤ ਹੀ ਮਾਣ ਨਾਲ ਦੱਸਦਾ, ਪਰ ਪੜ੍ਹਨ ਤੋਂ ਉਹ ਅਵੇਸਲਾ ਹੀ ਰਿਹਾ। 6ਵੀਂ ਕਲਾਸ ਵਿੱਚ 2 ਵਾਰ ਫੇਲ ਹੋ ਕੇ ਉਹ ਸਕੂਲ ਛੱਡ ਗਿਆ। ਉਸ ਦਾ ਪਿਓ ਜ਼ੋਰਾ ਸਿੰਘ ਖੇਤੀ ਕਰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਲਾਡੀ ਖੇਤੀ ਕਰੇ। ਪਹਿਲੀ ਉਮਰੇ ਜ਼ੋਰਾ ਸਿੰਘ ਘੁਲਦਾ ਰਿਹਾ ਸੀ, ਜੋ ਕਿ ਰਾਏ ਖਾਂ ਦਾ ਸ਼ਾਗਿਰਦ ਰਹਿ ਚੁੱਕਿਆ ਸੀ। ਇਸ ਲਈ ਉਸਦੀ ਦਿਲੋਂ ਖਾਹਿਸ਼ ਸੀ ਕਿ ਲਾਡੀ ਇੱਕ ਨਾਮੀ ਪਹਿਲਵਾਨ ਬਣੇ। ਉਹਨਾਂ ਦੇ ਘਰ ਦੁੱਧ ਘਿਓ ਦੀ ਕੋਈ ਕਮੀ ਨਹੀਂ ਸੀ। ਮੁੱਢਲੀ ਉਮਰੇ ਹੀ ਲਾਡੀ ਨੂੰ ਪਹਿਲਵਾਨੀ ਦਾ ਸ਼ੌਕ ਜਾਗ ਪਿਆ ਸੀ। ਧਰਮਸ਼ਾਲਾ ਵਿੱਚ ਜਾ ਕੇ ਡੰਡ ਬੈਠਕਾਂ ਕੱਢਣੀਆਂ, ਮੂੰਗਲੀਆਂ ਫੇਰਨੀਆਂ ਉਸਦਾ ਨਿੱਤ ਦਾ ਰੁਝਾਨ ਬਣ ਗਿਆ। ਉਸਨੇ ਆਪਦੇ ਗੁਰੂ ਤੋਂ ਪਹਿਲਵਾਨੀ ਦੇ ਦਾਅ-ਪੇਚ ਸੁੱਖਣੇ ਸ਼ੁਰੂ ਕਰ ਦਿੱਤੇ। ਹੁਣ ਉਹ ਕੁਇੰਟਲ ਭਾਰ ਆਸਾਨੀ ਨਾਲ ਚੁੱਕ ਲੈਂਦਾ, ਕਦੇ-ਕਦੇ ਸਵਾ ਕੁਇੰਟਲ ਦਾ ਬਾਲਾ ਕੱਢ ਮਾਰਦਾ। ਹੌਲੀ-ਹੌਲੀ ਉਹ ਪਿੰਡਾਂ ਵਿੱਚ ਹੁੰਦੇ ਟੂਰਨਾਮੈਂਟ ਵਿੱਚ ਆਪਣਾ ਜ਼ੌਹਰ ਦਿਖਾਉਣ ਲੱਗ ਪਿਆ। ਅਖਾੜਿਆਂ ਵਿੱਚ ਘੁਲਣ ਲਈ ਵੀ ਜਾਂਦਾ। ਜਦ ਕਦੇ ਝੰਡੀ ਲੈ ਕੇ ਅਖਾੜੇ ਵਿੱਚ ਗੇੜਾ ਦਿੰਦਾ ਤਾਂ ਪਿੰਡ ਦੇ ਲੋਕ ਖੁਸ਼ੀ ਵਿੱਚ ਅੱਸ਼-ਅੱਸ਼ ਕਰ ਉੱਠਦੇ। ਸਾਡਾ ਪਿੰਡ ਉਸਦੇ ਨਾਂ ਕਰਕੇ ਜਾਣਿਆ ਜਾਣ ਲੱਗਾ। ਲਾਡੀ ਦੀ ਧੂਮ ਦੂਰ-ਦੂਰ ਤੱਕ ਪੈ ਗਈ। ਆਪ ਤੋਂ ਦੁੱਗਣੀ ਦੇਹ ਵਾਲੇ ਪਹਿਲਵਾਨ ਨੂੰ ਢਾਹ ਕੇ ਉਸਨੂੰ ਅਜੀਬ ਕਿਸਮ ਦਾ ਆਨੰਦ ਆਉਂਦਾ। ਛਿੰਝ ਤੋਂ ਪਹਿਲਾਂ ਹੀ ਉਸ ਵਾਸਤੇ ਪਿੰਡ ਵਿੱਚੋਂ ਘਿਓ ਇਕੱਠਾ ਹੋਣ ਲੱਗ ਜਾਂਦਾ। ਜਦ ਕਦੇ ਉਹ ਗੜਵੀ ਭਰ ਕੇ ਘਿਓ ਦੀ ਪੀਂਦਾ ਤਾਂ ਸਾਨੂੰ ਆਖਦਾ, "ਬਾਈ, ਤੁਸੀਂ ਵੀ ਇਸ ਅੰਮ੍ਰਿਤ ਦਾ ਰਸ ਸੁਆਦ ਦੇਖ ਲਵੋ।" ਪਰ ਸਾਨੂੰ ਤਾਂ ਦੇਖ ਕੇ ਹੀ ਧੁੜ-ਧੁੜੀ ਆਉਣ ਲੱਗ ਜਾਂਦੀ। ਲਾਡੀ ਦੀ ਰਿਸ਼ਤੇਦਾਰੀ ਯੂਪੀ ਵਿੱਚ ਪੀਲੀਭੀਤ ਸੀ। ਉੱਥੇ ਉਹਨਾਂ ਦਾ ਕਾਫੀ ਵੱਡਾ ਫਾਰਮ ਸੀ, ਜਿਸ ਵਿੱਚ ਉਹ ਖੇਤੀ ਕਰਦੇ ਸਨ। ਉਹਨਾਂ ਨੇ ਲਾਡੀ ਦੇ ਪਿਤਾ ਜ਼ੋਰਾ ਸਿੰਘ ਨੂੰ ਰਾਏ ਦਿੱਤੀ ਕਿ ਆਪਣੇ ਪਿੰਡ ਵਾਲੀ ਜ਼ਮੀਨ ਵੇਚ ਕੇ ਉੱਥੇ ਉਹਨਾਂ ਪਾਸ ਪੀਲੀਭੀਤ ਜ਼ਮੀਨ ਲੈ ਲਵੇ। ਜਿਸ ਦਾ ਕਾਰਨ ਉਹਨਾਂ ਨੇ ਦੱਸਿਆ ਕਿ ਇੱਕ ਤਾਂ ਜ਼ਮੀਨ ਦੁੱਗਣੀ-ਤਿੱਗਣੀ ਮਿਲ ਜਾਵੇਗੀ, ਦੂਜੀ ਗੱਲ ਉਹਨਾਂ ਦੀ ਧਿਰ ਮਜ਼ਬੂਤ ਹੋਵੇਗੀ ਅਤੇ ਉਹ ਰਲ ਮਿਲ ਕੇ ਖੇਤੀ ਵਿੱਚ ਤਰੱਕੀ ਕਰਨਗੇ। ਜ਼ੋਰਾ ਸਿੰਘ ਨੂੰ ਇਹ ਦਲੀਲ ਜਚ ਗਈ। ਉਸਨੇ ਇੱਧਰ ਪੰਜਾਬ ਵਿੱਚ ਆਪਣੀ ਜੱਦੀ ਭੋਇੰ ਵੇਚ ਕੇ ਪੀਲੀਭੀਤ ਇੱਕ ਮੁਰੱਬਾ ਲੈ ਲਿਆ। ਸਾਲ ਕੁ ਬਾਅਦ ਹੀ ਤਰੱਕੀ ਵਾਲੀ ਦਲੀਲ 'ਤੇ ਪਾਣੀ ਤਾਂ ਉਸ ਵਕਤ ਫਿਰ ਗਿਆ, ਜਦ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਦੇਸ਼ ਦੇ ਕਈ ਥਾਈਂ ਵੱਡੇ ਪੱਧਰ 'ਤੇ ਦੰਗੇ ਭੜਕ ਪਏ, ਜਿਸ ਦੀ ਲਪੇਟ ਵਿੱਚ ਉੱਤਰ ਪ੍ਰਦੇਸ਼ ਵੀ ਆ ਗਿਆ। ਬਾਅਦ ਵਿੱਚ ਇਸਦਾ ਇਹ ਹਸ਼ਰ ਹੋਇਆ ਕਿ ਕਾਫੀ ਪੰਜਾਬੀਆਂ ਨੇ ਉੱਥੇ ਜ਼ਮੀਨਾਂ ਵੇਚ ਦਿੱਤੀਆਂ। ਫਿਰ ਪੰਜਾਬ ਆ ਕੇ ਜ਼ਮੀਨ ਮਹਿੰਗੇ ਭਾਅ ਖਰੀਦਣੀ ਪਈ। ਜ਼ੋਰਾ ਸਿੰਘ ਨਾਲ ਵੀ ਇਸ ਤਰ੍ਹਾਂ ਹੀ ਵਾਪਰਿਆ। ਉਸਨੇ ਉੱਧਰ ਜ਼ਮੀਨ ਤਾਂ ਵੇਚ ਦਿੱਤੀ, ਓਨੀ ਰਕਮ ਨਾਲ ਇੱਧਰ ਪੰਜਾਬ ਵਿੱਚ ਕੋਈ ਟੱਕ ਨਾ ਮਿਲਿਆ। ਅਖੀਰ ਉਸਨੇ ਠੇਕੇ 'ਤੇ ਜ਼ਮੀਨ ਲੈ ਕੇ ਵਾਹੀ ਸ਼ੁਰੂ ਕਰ ਦਿੱਤੀ। ਜਦ ਜ਼ੋਰਾ ਸਿੰਘ ਨੂੰ ਇਹ ਮਹਿਸੂਸ ਹੋਇਆ ਕਿ ਠੇਕੇ 'ਤੇ ਲੈ ਕੇ ਜ਼ਮੀਨ ਨਾਲ ਘਰ ਪੂਰਾ ਨਹੀਂ ਹੁੰਦਾ, ਤਾਂ ਉਸਨੇ ਮਨ ਬਣਾਇਆ ਕਿ ਲਾਡੀ ਨੂੰ ਕਮਾਈ ਕਰਨ ਲਈ ਕਿਸੇ
ਬਾਹਰਲੇ ਦੇਸ਼ ਭੇਜ ਦਿੱਤਾ ਜਾਵੇ। ਅਖੀਰ ਰਾਏ ਮਸ਼ਵਰੇ ਤੋਂ ਬਾਅਦ ਇੱਕ ਟਰੈਵਲ ਏਜੰਟ ਨਾਲ ਗੱਲਬਾਤ ਕੀਤੀ ਗਈ। ਉਸਨੇ ਲਾਡੀ ਨੂੰ ਦੁਬਈ ਭੇਜ ਦਿੱਤਾ। ਉੱਧਰ ਲਾਡੀ ਨੇ ਲਗਭਗ 5 ਕੁ ਸਾਲ ਕੰਮ ਕੀਤਾ। ਜਦ ਉਹ ਛੁੱਟੀ ਆਇਆ ਤਾਂ ਉਚੇਚੇ ਤੌਰ 'ਤੇ ਮੈਨੂੰ ਮਿਲਣ ਆਇਆ। ਮੈਨੂੰ ਜੱਫੀ ਵਿੱਚ ਘੁੱਟ ਕੇ ਕਹਿਣ ਲੱਗਾ, ਕੀ ਹਾਲ ਆ ਬਾਈ ਸਿਆਂ? ਹਾਲ ਕਾਹਦੇ ਆ, ਹਾਲੋਂ ਬੇਹਾਲ ਹੋਏ ਪਏ ਆ, ਪੜ੍ਹ ਲਿਖ ਕੇ ਬੇਰੁਜ਼ਗਾਰ। ਤੂੰ ਸੁਣਾ ਆਪਦਾ? ਮੈਂ ਪੁੱਛਿਆ। ਬਹੁਤ ਵਧੀਆ, ਟਾਈਮ ਪਾਸ ਹੋਈ ਜਾਂਦਾ। ਅਜੇ ਟਾਈਮ ਪਾਸ ਹੀ ਆ? ਮੈਂ ਤਾਂ ਸੁਣਿਆ ਕਿ ਤੂੰ ਦੁਬਈ ਜਾ ਕੇ ਪੈਸਾ ਤੰਗਲੀ ਨਾਲ ਰੋਲਦਾ। ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਹੀ ਦਿਸਦਾ ਹੁੰਦਾ। ਦੁਬਈ ਕਿਹੜਾ ਕੁਰਸੀ 'ਤੇ ਬੈਠੀ ਦਾ, ਦਿਨ ਰਾਤ ਇੱਕ ਕਰਕੇ ਲਹੂ ਪਸੀਨੇ ਨਾਲ ਪੈਸਾ ਕਮਾਈ ਦਾ। ਉਸਨੇ ਆਖਿਆ, ਇੱਕ ਗੱਲ ਤਾਂ ਹੈ, ਦੁਬਈ ਦੀ ਕਰੰਸੀ ਦੀ ਕੀਮਤ ਇੰਡੀਅਨ ਕਰੰਸੀ ਨਾਲੋਂ ਜ਼ਿਆਦਾ ਹੈ। ਚਾਰ ਪੈਸੇ ਤਾਂ ਜੁੜ ਹੀ ਜਾਂਦੇ ਨੇ। ਮੈਂ ਆਖਿਆ, ਹਾਂ ਇਹ ਫਰਕ ਤਾਂ ਜ਼ਰੂਰ ਹੈ, ਪਰ ਮੂੰਹ ਬੰਨ੍ਹ ਕੇ ਰਕਮਾਂ ਜੁੜਦੀਆਂ ਨੇ। ਜੇ ਘਿਓ ਦਾ ਛੰਨਾ ਭਰ ਕੇ ਪੀਣਾ ਹੋਵੇ ਤਾਂ ਧੇਲਾ ਵੀ ਨਹੀਂ ਜੁੜਦਾ। ਮੈਂ ਖਿੜ-ਖਿੜ ਹੱਸ ਪੈਂਦਾ ਹਾਂ ਅਤੇ ਆਖਦਾ ਹਾਂ, ਅਜੇ ਵੀ ਤੇਰਾ ਘਿਓ ਤੋਂ ਮੂੰਹ ਮੁੜਿਆ ਨਹੀਂ ਲੱਗਦਾ। ਅੱਜ ਕੱਲ੍ਹ ਲੋਕ ਤਾਂ ਸ਼ਰਾਬ ਦੇ ਠੇਕਿਆਂ ਵੱਲ ਭੱਜਦੇ ਹਨ, ਪਰ ਤੈਨੂੰ ਤਾਂ ਘਿਓ ਹੀ ਪਿਆਰਾ ਲੱਗਦਾ ਹੈ। ਬਾਈ ਸਿਆਂ ਲੱਗੇ ਕਿਵੇਂ ਨਾ, ਸਰੀਰ ਬਣਿਆ ਰਹਿੰਦਾ ਹੈ, ਪੱਠੇ ਮਜ਼ਬੂਤ ਰਹਿੰਦੇ ਆ। ਮਜਾਲ ਆ ਕੋਈ ਬਿਮਾਰੀ ਨੇੜੇ ਢੁੱਕ ਜਾਵੇ, ਹਮੇਸ਼ਾ ਉੱਡੂ ਕਰਦੇ ਰਹੀਦਾ। ਹੁਣ ਤੂੰ ਪਹਿਲਵਾਨੀ ਵੀ ਕਰ ਲੈਨਾ? ਮੈਂ ਪੁੱਛਿਆ। ਹਾਂ, ਪਹਿਲਵਾਨੀ ਨੂੰ ਕਿਹੜਾ ਬਿੱਛੂ ਡੰਗ ਗਿਆ, ਸਰੀਰ ਤਾਂ ਅਜੇ ਵੀ ਉਵੇਂ ਹੀ ਆ, ਸਟੀਲ ਹੈੱਡ। ਉਦੋਂ ਉਹ 4 ਕੁ ਮਹੀਨੇ ਇੱਧਰ ਰਿਹਾ, ਫਿਰ ਵਿਆਹ ਕਰਵਾ ਕੇ ਦੁਬਈ ਵਾਪਸ ਪਰਤ ਗਿਆ। ਉਹਨਾਂ ਦਿਨਾਂ ਵਿੱਚ ਮੈਨੂੰ ਨੌਕਰੀ ਮਿਲ ਗਈ। ਮੈਂ ਮਕਾਨ ਕਿਰਾਏ 'ਤੇ ਲੈ ਕੇ ਸ਼ਹਿਰ ਰਹਿਣ ਲੱਗ ਪਿਆ ਅਤੇ ਅੱਜ ਉਹ ਮੈਨੂੰ ਅਚਾਨਕ ਕਲੀਨਿਕ 'ਤੇ ਮਿਲਦਾ ਹੈ। ਉਸ ਦਾ ਰੰਗ ਕਾਲਾ ਧੂਤ ਹੋਇਆ ਪਿਆ ਹੈ, ਜਾਬਾਂ ਵਿੱਚ ਨੂੰ ਬੜੀਆਂ ਪਈਆਂ ਹਨ, ਅੱਖਾਂ ਅੰਦਰ ਨੂੰ ਧਸੀਆਂ ਹੋਈਆਂ ਅਤੇ ਕਾਲੇ ਨਿਸ਼ਾਨ। ਉਸਦੇ ਕਮਜ਼ੋਰ ਹੱਥਾਂ ਉੱਪਰ ਨੀਲੀਆਂ ਨਾੜਾਂ ਸਾਫ਼ ਦਿਸ ਰਹੀਆਂ ਹਨ। ਮੈਂ ਪੁੱਛਦਾ ਹਾਂ, ਲਾਡੀ ਕੀ ਹੋ ਗਿਆ ਤੈਨੂੰ? ਇੰਨਾ ਕਮਜ਼ੋਰ ਹੋਇਆ ਪਿਆ, ਕੀ ਬਿਮਾਰੀ ਹੈ ਤੈਨੂੰ? ਉਹ ਦੱਸਦਾ ਹੈ, ਬਾਈ ਐਤਕੀਂ ਸਹੁਰਾ ਦੁਬਈ ਦਾ ਪਾਣੀ ਫਿੱਟ ਨਹੀਂ ਆਇਆ। ਫਿਰ ਉਹ ਉਸ ਦੇ ਨਾਲ ਆਈ ਆਪਦੀ ਪਤਨੀ ਨੂੰ ਬੁਲਾਉਂਦਾ ਹੈ ਅਤੇ ਦੱਸਦਾ ਹੈ ਕਿ ਇਹ ਆਪਣੇ ਪਿੰਡ ਵਾਲਾ ਅਮਰੀਕ ਸਿੰਘ ਆ, ਮੇਰਾ ਜਿਗਰੀ ਯਾਰ। ਅੱਜ ਕੱਲ੍ਹ ਇਹ ਨੌਕਰੀ ਕਰਦਾ ਹੈ ਅਤੇ ਸ਼ਹਿਰ ਵਿੱਚ ਰਹਿੰਦਾ ਹੈ। ਕੁਝ ਕੁ ਠਹਿਰ ਕੇ ਉਹ ਆਪਦੀ ਪਤਨੀ ਨੂੰ ਦੁਬਾਰਾ ਆਖਦਾ, ਲਿਆ ਘੁੱਟ ਪਾਣੀ ਬੋਤਲ ਵਿੱਚੋਂ ਪਾ ਕੇ ਦੇ, ਅੱਜ ਤਾਂ ਸੰਗ ਸੁੱਕ ਰਿਹਾ ਹੈ। ਮੈਂ ਉਸਨੂੰ ਰੋਕ ਦਿੰਦਾ ਹਾਂ ਅਤੇ ਡਾਕਟਰ ਪਾਸ ਚਲਿਆ ਜਾਂਦਾ ਹਾਂ। ਉਸਨੂੰ 3 ਸੋਡੇ ਮੰਗਵਾਉਣ ਲਈ ਕਹਿੰਦਾ ਹਾਂ। ਡਾਕਟਰ ਮੁੰਡੇ ਨੂੰ ਭੇਜ ਕੇ ਸਾਨੂੰ ਠੰਡੇ ਮੰਗਵਾ ਦਿੰਦਾ ਹੈ। ਲਾਡੀ ਮੈਨੂੰ ਪੁੱਛਦਾ ਹੈ, ਬਾਈ ਤੂੰ ਡਾਕਟਰ ਨੂੰ ਜਾਣਦਾ ਹੈ? ਮੈਂ ਆਖਦਾ ਹਾਂ, ਲਾਡੀ ਸਾਡੀ ਤਾਂ ਕਾਫੀ ਨੇੜਤਾ ਹੈ, ਵਿਆਹ ਸ਼ਾਦੀਆਂ ਮੌਕੇ ਵੀ ਅਸੀਂ ਇੱਕ ਦੂਸਰੇ ਨੂੰ ਬੁਲਾਉਂਦੇ ਹਾਂ। ਫਿਰ ਬਾਈ ਥੋੜ੍ਹੀ ਜਿਹੀ ਤਕਲੀਫ ਕਰ, ਮੇਰੇ ਬਾਰੇ ਡਾਕਟਰ ਨੂੰ ਸਪੈਸ਼ਲ ਆਖ ਕੇ ਉਹ ਮੈਨੂੰ ਚੰਗੀ ਤਰ੍ਹਾਂ ਚੈੱਕ ਕਰੇ। ਮੈਂ ਤਾਂ ਦਵਾਈਆਂ ਲੈ ਹੰਭਿਆ ਪਿਆ, ਸਹੁਰਾ ਕਿਤੋਂ ਵੀ ਆਰਾਮ ਨਹੀਂ ਆਉਂਦਾ। ਕੋਈ ਨੀਮ ਹਕੀਮ ਮੈਂ ਨਹੀਂ ਛੱਡਿਆ, ਜਿੱਥੇ ਕੋਈ ਦੱਸਦਾ ਉੱਥੇ ਹੀ ਤੁਰ ਪਈਦਾ ਹੈ। ਵਿੱਚੇ ਵਿੱਚ ਹੀ ਘਟੀ ਜਾਂਦਾ, ਕਿਸੇ ਬਿਮਾਰੀ ਦਾ ਵੀ ਪਤਾ ਨਹੀਂ ਲੱਗਦਾ। ਤੂੰ ਬੇਫਿਕਰ ਰਹਿ ਲਾਡੀ, ਤੈਨੂੰ ਡਾਕਟਰ ਦੀ ਕੋਠੀ ਲਿਜਾ ਕੇ ਉਸ ਤੋਂ ਚੰਗੀ ਤਰ੍ਹਾਂ ਚੈੱਕਅਪ ਕਰਾਵਾਂਗੇ। ਇਹ ਬਹੁਤ ਵਧੀਆ ਡਾਕਟਰ ਹੈ, ਤੂੰ ਵਿਸ਼ਵਾਸ ਰੱਖ, ਤੈਂ ਤੇ ਬਿਲਕੁਲ ਠੀਕ ਹੋ ਜਾਣਾ। ਠੀਕ ਆ ਬਾਈ ਸਿਆਂ, ਤੂੰ ਤਾਂ ਅੱਜ ਰੱਬ ਹੀ ਮਿਲ ਪਿਆ। ਮੈਂ ਤਾਂ ਡੋਲਿਆ ਪਿਆ ਸੀ। ਕਈ ਵਾਰ ਦਿਲ ਇੰਨਾ ਪਤਲਾ ਪੈ ਜਾਂਦਾ ਹੈ, ਮੈਂ ਤੇਰੀ ਭਰਜਾਈ ਨੂੰ ਕਹਿ ਦਿੰਦਾ ਹਾਂ, ਹੁਣ ਮੈਂ ਨਹੀਂ ਬਚਦਾ। ਇਹ ਸੁਣ ਕੇ ਉਹ ਵਿਚਾਰੀ ਰੋਣ ਲੱਗ ਪੈਂਦੀ ਹੈ। ਤੂੰ ਇਹੋ ਜਿਹੇ ਸ਼ਬਦ ਮੂੰਹ 'ਤੇ ਨਾ ਲਿਆ। ਤੇਰੇ ਵਰਗੇ ਨਾਮੀ ਪਹਿਲਵਾਨ ਦੀ ਤਾਂ ਅਜੇ ਸਾਨੂੰ ਬਹੁਤ ਲੋੜ ਆ। ਤੇਰੇ ਵਰਗਿਆਂ ਤੇ ਤਾਂ ਸਮਾਜ ਨੂੰ ਫ਼ਕਰ ਆ। ਇਹ ਕਹਿ ਕੇ ਮੈਂ ਡਾਕਟਰ ਪਾਸ ਚਲਿਆ ਜਾਂਦਾ ਹਾਂ। ਉਸਨੂੰ ਉਸੇ ਸ਼ਾਮ ਉਸਦੀ ਕੋਠੀ ਵਿੱਚ ਮਿਲਣ ਲਈ ਆਖਦਾ ਹਾਂ। ਫਿਰ ਅਸੀਂ ਘਰ ਜਾਣ ਲਈ ਰਵਾਨਾ ਹੋ ਜਾਂਦੇ ਹਾਂ। ਘਰ ਪਹੁੰਚ ਕੇ ਅਸੀਂ ਬੀਤੇ ਸਮੇਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਾਂ। ਇਸ ਸਮੇਂ ਦੌਰਾਨ ਹੀ ਖਾਣਾ ਤਿਆਰ ਹੋ ਜਾਂਦਾ ਹੈ। ਖਾਣੇ ਦੀ ਇੱਕ ਥਾਲੀ ਮੇਰੇ ਮੂਹਰੇ ਰੱਖ ਦਿੱਤੀ ਜਾਂਦੀ ਹੈ, ਦੂਸਰੀ ਥਾਲੀ ਲਾਡੀ ਮੂਹਰੇ। ਲਾਡੀ ਮੈਨੂੰ ਆਖਦਾ ਹੈ, ਬਾਈ ਸਿਆਂ ਮੈਨੂੰ ਤਾਂ ਉੱਕਾ ਹੀ ਭੁੱਖ ਨਹੀਂ, ਸੱਚ ਪੁੱਛੇ ਤਾਂ ਭੁੱਖ ਲੱਗਦੀ ਹੀ ਨਹੀਂ। ਮੈਂ ਆਖਦਾ ਹਾਂ, ਲਾਡੀ ਜਿੰਨੀ ਜ਼ਰੂਰਤ ਹੈ ਖਾ ਲੈ, ਤਾਂ ਹੀ ਠੀਕ ਹੋਵੇਗਾ ਜੇ ਕੁਛ ਖਾਏਗਾ। ਬਾਈ ਖਾ ਕਿਵੇਂ ਲਵਾਂ ਜਦ ਭੁੱਖ ਹੀ ਨਹੀਂ। ਮੈਂ ਖਾਣਾ ਖਾਣ ਲੱਗਦਾ ਹਾਂ। ਲਾਡੀ ਨੂੰ ਕਹਿ ਕੇ ਮੱਲੋ ਮੱਲੀ ਇੱਕ ਰੋਟੀ ਉਸਨੂੰ ਖਵਾ ਦਿੰਦਾ ਹਾਂ। ਇਸ ਉਪਰੰਤ ਅਸੀਂ ਡਾਕਟਰ ਦੀ ਕੋਠੀ ਪਹੁੰਚ ਜਾਂਦੇ ਹਾਂ। ਜਦ ਨੂੰ ਡਾਕਟਰ ਵੀ ਕਲੀਨਿਕ ਤੋਂ ਆਪਦੀ ਕੋਠੀ ਆ ਜਾਂਦਾ ਹੈ। ਡਾਕਟਰ ਮੇਰੇ ਨਾਲ ਰਸਮੀ ਗੱਲ ਕਰਨ ਤੋਂ ਬਾਅਦ ਪੁੱਛਦਾ ਹੈ, ਦੱਸੋ ਅਮਰੀਕ ਸਿੰਘ, ਕੀ ਗੱਲ ਹੈ? ਲਿਆਓ ਆਪਦੇ ਮਰੀਜ਼ ਨੂੰ, ਕਰੀਏ ਉਸਦਾ ਦੁੱਖ ਹੌਲਾ। ਮੈਂ ਲਾਡੀ ਨੂੰ ਡਾਕਟਰ ਪਾਸ ਬੁਲਾ ਲੈਂਦਾ ਹਾਂ। ਡਾਕਟਰ ਆਖਦਾ ਹੈ ਕਿ ਇਸ ਦੇ ਕੁਝ ਖੂਨ ਦੇ ਟੈਸਟ ਕਰਨੇ ਪੈਣਗੇ।
ਟੈਸਟ ਕਰਵਾਉਣ ਲਈ ਲਾਡੀ ਦਾ ਖੂਨ ਲੈ ਲਿਆ ਜਾਂਦਾ ਹੈ। ਫਿਰ ਡਾਕਟਰ ਕਹਿੰਦਾ ਹੈ 1-2 ਦਿਨਾਂ ਤੱਕ ਰਿਪੋਰਟਾਂ ਆ ਜਾਣਗੀਆਂ, ਤੁਸੀਂ ਆ ਜਾਇਓ। ਉਸ ਅਨੁਸਾਰ ਹੀ ਇਹਨਾਂ ਦੀ ਟ੍ਰੀਟਮੈਂਟ ਸ਼ੁਰੂ ਕਰ ਦਿੱਤੀ ਜਾਵੇਗੀ। ਰਾਹਤ ਵਜੋਂ ਡਾਕਟਰ 2 ਕੁ ਦਿਨ ਦੀ ਦਵਾਈ ਵੀ ਦੇ ਦਿੰਦਾ ਹੈ। ਦਵਾਈ ਲੈ ਕੇ ਅਸੀਂ ਕਲੀਨਿਕ ਤੋਂ ਵਾਪਸ ਆ ਜਾਂਦੇ ਹਾਂ। ਰਸਮੀ ਤੌਰ 'ਤੇ ਮੈਂ ਉਹਨਾਂ ਨੂੰ ਦੁਬਾਰਾ ਘਰ ਜਾਣ ਲਈ ਆਖਦਾ, ਪਰ ਉਹ ਮੈਥੋਂ ਵਿਦਾਇਗੀ ਲੈ ਕੇ ਵਾਪਸ ਪਿੰਡ ਮੁੜ ਜਾਂਦੇ ਹਨ। ਉਸ ਰਾਤ ਮੈਂ ਲਾਡੀ ਬਾਰੇ ਸੋਚਦਾ ਰਿਹਾ। ਕੀ ਹੋ ਗਿਆ ਲਾਡੀ ਨੂੰ? ਕਿੰਨਾ ਜ਼ੋਰ ਸੀ? ਹੁਣ ਉਸਨੂੰ ਕਿਵੇਂ ਬਿਮਾਰੀ ਨੇ ਜਕੜ ਲਿਆ? ਉਹ ਤਾਂ ਖੁਦ ਸਰੀਰ ਨੂੰ ਸੰਭਾਲਣ ਦੇ ਨੁਸਖੇ ਦੱਸਦਾ ਕਰਦਾ ਸੀ, ਪਰ ਹੁਣ ਉਸਦੀ ਹਾਲਤ, ਉਹ ਕਿਹੜੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ? ਹੁਣ ਕਿੱਧਰ ਗਈ ਉਸਦੀ ਪਹਿਲਾਂ ਵਾਲੀ ਸਿਹਤ? ਮੈਂ ਉਸਨੂੰ 15 ਕੁ ਦਿਨ ਉਡੀਕਿਆ, ਪਰ ਲਾਡੀ ਮੁੜ ਦਵਾਈ ਲੈਣ ਨਾ ਆਇਆ। ਮੈਂ ਪਿੰਡ ਜਾਣ ਦੀ ਸਲਾਹ ਬਣਾ ਲੈਂਦਾ ਹਾਂ। ਪਿੰਡੋਂ ਜ਼ਮੀਨ ਦਾ ਮਾਮਲਾ ਵੀ ਲੈ ਕੇ ਆਉਣਾ ਹੈ। ਮੈਂ ਸੋਚਦਾ ਹਾਂ ਕਿ ਇੱਕ ਤੀਰ ਨਾਲ 2 ਸ਼ਿਕਾਰ ਮਾਰ ਲਵਾਂਗਾ। ਇੱਕ ਤਾਂ ਮੈਂ ਲਾਡੀ ਦਾ ਪਤਾ ਕਰ ਲਵਾਂਗਾ, ਦੂਜਾ ਜ਼ਮੀਨ ਦਾ ਚਕੋਤਾ ਵੀ ਲੈ ਆਵਾਂਗਾ। ਪਿੰਡ ਪਹੁੰਚ ਕੇ ਮੈਂ ਲਾਡੀ ਦੇ ਘਰ ਦਾ ਬੂਹਾ ਖੜਕਾਉਂਦਾ। ਉਸਦੀ ਪਤਨੀ ਦਰਵਾਜ਼ਾ ਖੋਲ੍ਹਦੀ ਹੈ। "ਸਤਿ ਸ੍ਰੀ ਅਕਾਲ ਭਾਜੀ" ਆਖ ਕੇ ਉਹ ਮੈਨੂੰ ਅੰਦਰ ਲੈ ਜਾਂਦੀ ਹੈ। ਲਾਡੀ ਇੱਕ ਬੈਠਕ ਵਿੱਚ ਮੰਜੇ 'ਤੇ ਪਿਆ ਹੈ। ਪੀਲਾ ਬਸਾਰ ਵਰਗਾ ਰੰਗ। ਉਸਨੇ ਮੇਰੇ ਨਾਲ ਹੱਥ ਮਿਲਾਇਆ, ਪਰ ਪਹਿਲਾਂ ਵਰਗੀ ਗਰਮਜੋਸ਼ੀ ਨਾਲ ਨਹੀਂ। ਉਹ ਹਲਕਾ ਖੰਘਦਾ ਹੈ। ਮੈਂ ਉਸਨੂੰ ਆਖਦਾ ਹਾਂ, ਲਾਡੀ ਤੂੰ ਮੇਰੇ ਪਾਸ ਮੁੜ ਕੇ ਕਿਉਂ ਨਾ ਆਇਆ? ਆਪਾਂ ਉਸ ਡਾਕਟਰ ਤੋਂ ਦਵਾਈ ਲੈਣੀ ਸੀ। ਨਾਲੇ ਤੇਰੇ ਖੂਨ ਦੇ ਟੈਸਟ ਵਗੈਰਾ ਵੀ ਆ ਗਏ ਹੋਣਗੇ। ਪਤਾ ਕਰੀਏ ਕੀ ਬਿਮਾਰੀ ਹੈ। ਬਾਈ ਸਿਆਂ ਸੱਚੀ ਗੱਲ ਤਾਂ ਇਹ ਹੈ ਸਹੁਰਾ, ਪੈਸਿਆਂ ਦਾ ਕੋਈ ਜੁਗਾੜ ਨਹੀਂ ਹੋਇਆ। ਬਿਨਾਂ ਪੈਸਿਆਂ ਤੋਂ ਡਾਕਟਰ ਪਾਸ ਕਿਵੇਂ ਜਾਇਆ ਜਾਵੇ? ਤੂੰ ਮੈਨੂੰ ਦੱਸ ਦੇਣਾ ਸੀ। ਪੈਸਿਆਂ ਦਾ ਕੀ ਆ? ਮੈਂ ਆਖਿਆ, ਨਹੀਂ ਬਾਈ ਸਿਆਂ, ਹੁਣ ਤਾਂ ਦਿਲ ਟੁੱਟਿਆ ਪਿਆ। ਤੂੰ ਕਿਹੜੀਆਂ ਘਟੀਆ ਜਿਹੀਆਂ ਗੱਲਾਂ ਕਰਦਾ ਏਂ। ਮੈਂ ਕੁਝ ਰੁਪਏ ਜੇਬ ਵਿੱਚੋਂ ਕੱਢ ਕੇ ਉਸਨੂੰ ਫੜਾਉਣ ਲੱਗਦਾ ਹਾਂ, ਪਰ ਉਹ ਪੈਸੇ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਅਤੇ ਆਖਦਾ ਹੈ, ਨਹੀਂ ਬਾਈ ਸਿਆਂ, ਇਸ ਤਰ੍ਹਾਂ ਤਾਂ ਮੰਗਣ ਦੀ ਆਦਤ ਪੈ ਜਾਂਦੀ ਹੈ। ਮੈਂ ਨੋਟ ਵਾਪਸ ਜੇਬ ਵਿੱਚ ਪਾ ਲੈਂਦਾ ਹਾਂ ਅਤੇ ਲਾਡੀ ਨੂੰ ਆਖਦਾ, ਤੂੰ ਜ਼ਰੂਰ ਆਈਂ, ਆਪਾਂ ਡਾਕਟਰ ਪਾਸ ਚੱਲਾਂਗੇ। ਪੈਸਿਆਂ ਦਾ ਫਿਕਰ ਨਾ ਕਰੀਂ। ਇੰਨਾ ਕਹਿ ਕੇ ਮੈਂ ਵਾਪਸ ਮੁੜ ਆਉਂਦਾ ਹਾਂ। ਕਈ ਦਿਨ ਲੰਘ ਗਏ, ਪਰ ਲਾਡੀ ਨਾ ਆਇਆ। ਫਿਰ ਇੱਕ ਦਿਨ ਮੈਨੂੰ ਪਤਾ ਲੱਗਿਆ ਕਿ ਲਾਡੀ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ। ਦੂਸਰੇ ਦਿਨ ਮੈਂ ਅੱਧੀ ਛੁੱਟੀ ਦੀ ਅਰਜ਼ੀ ਦੇ ਕੇ ਉਸਦਾ ਪਤਾ ਲੈਣ ਹਸਪਤਾਲ ਪਹੁੰਚ ਗਿਆ। ਲਾਡੀ ਇੱਕ ਬੈੱਡ 'ਤੇ ਪਿਆ ਹੈ। ਉਸਨੂੰ ਗਲੂਕੋਜ਼ ਲੱਗਿਆ ਹੋਇਆ ਹੈ। ਉਸਦੀ ਪਤਨੀ ਅਤੇ 3.5 ਸਾਲ ਦਾ ਉਸਦਾ ਪੁੱਤਰ ਉਸਦੇ ਪਾਸ ਬੈਠੇ ਹਨ। ਸਤਿ ਸ੍ਰੀ ਅਕਾਲ ਭਾਜੀ ਆਖ ਕੇ ਉਸਦੀ ਪਤਨੀ ਤੇ ਬੱਚਾ ਦੂਜੇ ਬੈੱਡ 'ਤੇ ਚਲੇ ਜਾਂਦੇ ਹਨ। ਮੈਂ ਲਾਡੀ ਪਾਸ ਪਹੁੰਚਦਾ ਹਾਂ। ਲਾਡੀ ਬਹੁਤ ਹੀ ਹੌਲੀ-ਹੌਲੀ ਬੋਲ ਕੇ ਮੈਨੂੰ ਆਖਦਾ ਹੈ, ਚੰਗਾ ਹੋ ਗਿਆ ਬਾਈ ਸਿਆਂ, ਤੂੰ ਆ ਗਿਆ। ਮੈਂ ਤੈਨੂੰ ਹੀ ਯਾਦ ਕਰਦਾ ਸੀ। ਮੈਨੂੰ ਪਤਾ ਹੁਣ ਮੈਂ ਹੋਰ ਜਿਉਂਦਾ ਨਹੀਂ ਰਹਿ ਸਕਦਾ। ਮੇਰੀ ਇੱਕ ਆਖਰੀ ਖਾਹਿਸ਼ ਹੈ, ਉਹ ਤੂੰ ਜ਼ਰੂਰ ਪੂਰੀ ਕਰ ਸਕਦਾ ਏਂ। ਜਦ ਤੂੰ ਉਸਦੇ ਸਹੁਰਿਆਂ ਵੱਲੋਂ ਇੱਕ ਆਦਮੀ ਅਤੇ ਔਰਤ ਉਸਦਾ ਪਤਾ ਲੈਣ ਲਈ ਆ ਜਾਂਦੇ ਹਨ। ਉਸਦੀ ਪਤਨੀ ਉੱਠ ਕੇ ਉਹਨਾਂ ਨਾਲ ਲਾਡੀ ਪਾਸ ਆ ਜਾਂਦੀ ਹੈ। ਮੈਂ ਪਰੇ ਇੱਕ ਖਾਲੀ ਬੈੱਡ 'ਤੇ ਜਾ ਬੈਠਦਾ ਹਾਂ। ਮੈਂ ਸੋਚਦਾ ਹਾਂ ਕਿ ਹੁਣ ਲਾਡੀ ਕੋਈ ਸਵਾਲ ਪਾਵੇਗਾ। ਉਹ ਇਹ ਪੈਸਿਆਂ ਦੀ ਮੰਗ ਕਰੇਗਾ, ਪਰ ਪੈਸੇ ਤਾਂ ਉਸ ਦਿਨ ਮੈਥੋਂ ਲਏ ਨਹੀਂ ਸਨ ਜਦ ਮੈਂ ਇਸਦਾ ਪਤਾ ਕਰਨ ਲਈ ਪਿੰਡ ਗਿਆ ਸੀ। ਇਹ ਵੀ ਹੋ ਸਕਦਾ ਇਹ ਆਖੇ ਕਿ ਬਾਈ ਹੁਣ ਤੂੰ ਮੇਰੇ ਬੱਚੇ ਦੇ ਸਿਰ 'ਤੇ ਹੱਥ ਰੱਖੀਂ। ਇਹ ਵੀ ਕੋਈ ਵੱਡੀ ਗੱਲ ਨਹੀਂ। ਇਹ ਆਖੇ ਕਿ ਮੈਨੂੰ ਕਿਸੇ ਵੱਡੇ ਹਸਪਤਾਲ ਲੈ ਚੱਲ, ਜਿੱਥੇ ਮੇਰੀ ਬਿਮਾਰੀ ਦੂਰ ਹੋ ਸਕੇ, ਮੈਂ ਆਰਾਮ ਨਾਲ ਘਰ ਜਾ ਸਕਾਂ। ਮੈਂ ਸੋਚਦਾ ਹਾਂ, ਦੇਖੋ ਕੀ ਬਣਦਾ ਹੈ। ਖੈਰ ਕੋਈ ਗੱਲ ਨਹੀਂ। ਜੇ ਇਹ ਆਪ ਦੀ ਆਖਰੀ ਖਾਹਿਸ਼ ਕਹਿ ਕੇ ਮੇਰੀ ਮਦਦ ਮੰਗਦਾ ਹੈ, ਤਾਂ ਮੈਨੂੰ ਇੱਕ ਚੰਗਾ ਦੋਸਤ ਹੋਣ ਦੇ ਨਾਤੇ ਉਸਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਕੁਝ ਦੇਰ ਬਾਅਦ ਉਹ ਖਬਰ ਲੈ ਕੇ ਵਾਪਸ ਪਰਤ ਜਾਂਦੇ ਹਨ। ਲਾਡੀ ਦੀ ਪਤਨੀ ਉਹਨਾਂ ਨੂੰ ਹਸਪਤਾਲ ਤੋਂ ਬਾਹਰ ਤੱਕ ਛੱਡਣ ਉਹਨਾਂ ਨਾਲ ਹੀ ਚਲੀ ਜਾਂਦੀ ਹੈ। ਉਹ ਮੈਨੂੰ ਸੈਨਤ ਨਾਲ ਆਪਣੇ ਪਾਸ ਬੁਲਾਉਂਦਾ ਹੈ। ਉਸਨੇ ਆਪਣਾ ਜ਼ਰਦ ਪੀਲਾ ਹੱਥ ਮੇਰੇ ਹੱਥ ਉੱਪਰ ਰੱਖ ਕੇ ਆਖਿਆ, ਦੇਖ ਬਾਈ, ਮੇਰੀ ਨਬਜ਼ ਕਿਵੇਂ ਹੌਲੀ-ਹੌਲੀ ਚੱਲਦੀ ਹੈ। ਇਸ ਤਰ੍ਹਾਂ ਜ਼ਿੰਦਗੀ ਵੀ ਹੌਲੀ-ਹੌਲੀ ਚੱਲਦੀ ਰਹਿੰਦੀ ਹੈ, ਠੀਕ ਹੈ ਨਾ? ਫਿਰ ਉਸਦਾ ਸਾਹ ਫੁੱਲ ਗਿਆ ਅਤੇ ਉਸਨੂੰ ਹੱਥੋਂ ਆ ਗਿਆ। ਮੈਂ ਕੁਝ ਬੋਲ ਨਾ ਸਕਿਆ। ਮੈਨੂੰ ਪਿਛਲੀਆਂ ਯਾਦਾਂ ਨੇ ਘੇਰ ਲਿਆ। ਮੇਰਾ ਮਨ ਪੰਘਰ ਗਿਆ। ਮੋਟੇ-ਮੋਟੇ 2 ਹੰਝੂ ਮੇਰੀਆਂ ਅੱਖਾਂ ਵਿੱਚ ਝਲਕ ਕੇ ਮੇਰੀ ਦਾੜ੍ਹੀ ਵਿੱਚ ਆ ਸਿਮੇ। ਜਦ ਉਹ ਕੁਝ ਠੀਕ ਹੋਇਆ, ਫਿਰ ਹੌਲੀ-ਹੌਲੀ ਕਹਿਣ ਲੱਗਾ, ਬਾਈ ਅੱਜ ਕੀ ਦਿਨ ਹੈ? ਵੀਰਵਾਰ। ਮੈਂ ਆਖਿਆ, ਕੱਲ੍ਹ ਨੂੰ ਜੁਮਾ ਹੈ ਨਾ? ਹਾਂ, ਮੈਂ ਆਖਿਆ, ਬਾਈ ਤੂੰ ਕੱਲ੍ਹ ਨੂੰ ਜ਼ਰੂਰ ਆਈਂ। ਉੱਧਰ ਦੁਬਈ ਵਿੱਚ ਅਸੀਂ 3 ਜਣੇ ਇੱਕ ਕਮਰੇ ਵਿੱਚ ਰਹਿੰਦੇ ਸਾਂ। ਇੰਨਾ ਕਹਿ ਕੇ ਉਸਨੂੰ ਕੁਝ ਸਾਹ ਖਿੱਚਵਾਂ ਆਉਣ ਲੱਗ ਪਿਆ। ਮੈਂ 2 ਚਮਚੇ ਉਸਦੇ ਮੂੰਹ ਵਿੱਚ ਪਾਣੀ ਪਾ ਦਿੱਤੇ।
ਫਿਰ ਕੁਝ ਸਮੇਂ ਬਾਅਦ ਉਹ ਬੋਲਿਆ, ਅਸੀਂ ਇੱਕ ਔਰਤ ਪਾਸ ਜਾਂਦੇ ਹੁੰਦੇ ਸੀ ਜਿਸ ਦਾ ਪਤੀ ਮਰ ਚੁੱਕਾ ਸੀ। ਉਹ ਨੁਸਰਤ ਬੇਗਮ ਬਹੁਤ ਹੀ ਨਿੱਘੇ ਸੁਭਾਅ ਦੀ ਸੀ। ਇੱਕ ਦਿਨ ਮੈਨੂੰ ਕਹਿਣ ਲੱਗੀ, ਤੂੰ ਇਕੱਲਾ ਹੀ ਆ ਜਾਇਆ ਕਰ, ਇਹਨਾਂ ਨੂੰ ਨਾਲ ਲਿਆਇਆ ਕਰ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਹੁਣ ਉਹ ਜਜ਼ਬਾਤੀ ਹੋ ਕੇ ਬੋਲ ਰਿਹਾ ਸੀ। ਉਸਦੇ ਪੀਲੇ ਪਏ ਚਿਹਰੇ ਉੱਪਰ ਤਾਂਬੇ ਵਰਗੀ ਭਾਅ ਮਾਰ ਰਹੀ ਸੀ। ਉਸਨੇ ਗੱਲ ਜਾਰੀ ਰੱਖੀ, ਦੇਖ ਫਿਰ ਮੈਂ ਇਕੱਲਾ ਹੀ ਉਸ ਪਾਸ ਜਾਂਦਾ ਰਿਹਾ। ਕਈ ਵਾਰ ਮੈਂ 2-2 ਦਿਨ ਉੱਥੇ ਹੀ ਰਹਿੰਦਾ। ਮੈਂ ਉਸ ਨਾਲ ਵਾਅਦਾ ਕਰਕੇ ਆਇਆ ਸੀ ਕਿ ਮੈਂ ਜਲਦੀ ਹੀ ਵਾਪਸ ਮੁੜ ਆਵਾਂਗਾ, ਪਰ ਸਹੁਰੀ ਬਿਮਾਰੀ ਚੰਬੜ ਗਈ। ਫਿਰ ਉਹ ਕੰਬਣ ਲੱਗ ਪਿਆ। ਮੈਂ ਘਬਰਾ ਕੇ ਤੇ ਉਹ ਬੋਲਿਆ, ਬਾਈ ਘਬਰਾ ਨਾ, ਅੱਜ 2 ਦਿਨ ਹੋ ਗਏ ਆ ਇਸ ਤਰ੍ਹਾਂ ਦੌਰੇ ਪੈਂਦਿਆਂ ਨੂੰ। ਹਾਂ, ਫਿਰ ਹੁਣ ਵੀ ਕਈ ਵਾਰ ਦਿਲ ਕਰਦਾ ਬਈ ਮੈਂ ਉੱਡ ਕੇ ਨੁਸਰਤ ਬੇਗਮ ਪਾਸ ਪਹੁੰਚਾਂ। ਉਫ਼, ਮੈਂ ਠੀਕ ਹੁੰਦਾ। ਮੈਂ ਉਸਨੂੰ ਦਿਲਾਸਾ ਦਿੱਤਾ, ਲਾਡੀ ਫਿਕਰ ਨਾ ਕਰ, ਤੂੰ ਬਿਲਕੁਲ ਠੀਕ ਹੋ ਜਾਏਂਗਾ, ਅੱਜ ਕੱਲ੍ਹ ਡਾਕਟਰ ਬਹੁਤ ਮਾਹਰ ਹਨ। ਫਿਰ ਉਸਨੇ ਆਖਿਆ, ਬਾਈ ਮੇਰੀ ਜੇਬ ਵਿੱਚ ਡਾਇਰੀ ਹੈ, ਉਹ ਤੂੰ ਕੱਢ ਲੈ, ਖੋਲ੍ਹ ਕੇ ਦੇਖ, ਇਸ ਵਿੱਚ ਕਿਤੇ ਨੁਸਰਤ ਬੇਗਮ ਦਾ ਨੰਬਰ ਹੋਵੇਗਾ। ਮੈਂ ਇੱਕ ਫਟੀ ਪੁਰਾਣੀ ਡਾਇਰੀ ਕੱਢ ਕੇ ਨੁਸਰਤ ਦਾ ਨੰਬਰ ਦੇਖਦਾ ਹਾਂ। ਨੰਬਰ ਮੈਨੂੰ ਮਿਲ ਜਾਂਦਾ ਹੈ। ਉਹ ਕਹਿਣ ਲੱਗਾ, ਬਾਈ ਤੂੰ ਇਹ ਨੰਬਰ ਲਿਖ ਲਾ, ਕੱਲ੍ਹ ਨੂੰ ਫ਼ੋਨ ਕਰਕੇ ਉਸਨੂੰ ਪੁੱਛੀਂ ਕੀ ਹਾਲ ਹੈ ਉਸਦਾ। ਜੁੰਮੇ ਵਾਲੇ ਦਿਨ 12 ਵਜੇ ਤੋਂ ਬਾਅਦ ਉਹ ਘਰ ਹੀ ਹੁੰਦੀ ਆ। ਮੇਰੇ ਵੱਲੋਂ ਆਖੀ ਕਿ ਮੈਂ ਜਲਦੀ ਹੀ ਮਿਲਣ ਆਊਂਗਾ, ਨਾਲੇ ਇਸ ਗੱਲ ਦਾ ਭੇਦ ਕਿਸੇ ਨੂੰ ਨਾ ਦੱਸੀਂ। ਮੈਂ ਉਸਨੂੰ ਯਕੀਨ ਦਿਵਾਇਆ ਕਿ ਇਹ ਰਾਜ਼ ਛੁਪਿਆ ਹੀ ਰਹੇਗਾ। ਜਦ ਨੂੰ ਡਾਕਟਰ ਮਰੀਜ਼ਾਂ ਨੂੰ ਚੈੱਕ ਕਰਨ ਲਈ ਆ ਜਾਂਦਾ ਹੈ, ਮੈਂ ਉਸ ਤੋਂ ਵਿਦਾਇਗੀ ਮੰਗਦਾ ਹਾਂ। ਮੈਨੂੰ ਉਹ ਫਿਰ ਕਹਿਣ ਲੱਗਾ, ਬਾਈ ਜ਼ਰੂਰ ਆਈਂ, ਨਾਲੇ ਭਰਜਾਈ ਤੋਂ ਥੋੜ੍ਹੀ ਜਿਹੀ ਖਿਚੜੀ ਬਣਵਾ ਲਿਆਈਂ। ਮੈਂ ਹਸਪਤਾਲ ਦੀਆਂ ਪੌੜੀਆਂ ਉਤਰਦਾ ਸੋਚ ਰਿਹਾ ਹਾਂ, ਸਮਾਂ ਵੀ ਕਿੰਨਾ ਬਲਵਾਨ ਹੁੰਦਾ ਹੈ। ਇੱਕੋ ਸਾਹ ਘਿਓ ਦਾ ਭਰਿਆ ਛੰਨਾ ਪੀਣ ਵਾਲਾ ਅੱਜ ਭੋਰਾ ਖਿਚੜੀ ਦੀ ਮੰਗ ਕਰ ਰਿਹਾ ਹੈ। ਦੂਸਰੇ ਦਿਨ ਮੈਂ 12 ਵਜੇ ਤੋਂ ਬਾਅਦ 3 ਵੀਲਰ ਤੋਂ ਉਤਰ ਕੇ ਹਸਪਤਾਲ ਦੇ ਸਾਹਮਣੇ PCO 'ਤੇ ਚਲਿਆ ਜਾਂਦਾ। ਨੁਸਰਤ ਬੇਗਮ ਦਾ ਨੰਬਰ ਦੇਖ ਕੇ ਟੈਲੀਫੋਨ ਕਰਨ ਲੱਗਦਾ। ਟੈਲੀਫੋਨ ਮਿਲਣ 'ਤੇ ਉੱਧਰੋਂ ਆਵਾਜ਼ ਆਉਂਦੀ ਹੈ, ਕੌਣ ਬੋਲਤਾ ਹੈ? ਮੈਂ ਦੱਸਦਾ ਕਿ ਮੈਂ ਪੰਜਾਬ ਤੋਂ ਅਮਰੀਕ ਸਿੰਘ ਬੋਲ ਰਿਹਾ ਹਾਂ। बोलो, क्या बात है? मैंने नुसरत बेगम के साथ बात करनी है। अफसोस, वो तो अल्लाह को प्यारी हो चुकी है। कब? मैं आखदा, करीब 1 मास हो चुका। क्या हो गया था उसको? उसको एड्स हो गई थी। मैं रिसीवर रख दिंदा हाँ। बिल अदा करके हस्पताल ਦੀਆਂ ਪੌੜੀਆਂ ਚੜ੍ਹ ਰਿਹਾ ਹਾਂ। ਮੇਰੀਆਂ ਲੱਤਾਂ ਫੁੱਲ ਰਹੀਆਂ ਹਨ। ਸੋਚ ਰਿਹਾ ਹੁਣ ਕੀ ਆਖਾਂਗਾ ਲਾਡੀ ਨੂੰ। ਕੀ ਇਹ ਕਹਿ ਸਕਾਂਗਾ ਕਿ ਤੇਰੀ ਨੁਸਰਤ ਤਾਂ ਹਮੇਸ਼ਾ ਲਈ ਸੰਸਾਰ ਤੋਂ ਤੁਰ ਗਈ ਹੈ? ਨਹੀਂ, ਇਸ ਤਰ੍ਹਾਂ ਨਹੀਂ ਆਖਾਂਗਾ। ਅਜਿਹਾ ਕਹਿਣ ਨਾਲ ਤਾਂ ਉਸਦੇ ਮਨ ਨੂੰ ਠੇਸ ਪਹੁੰਚੇਗੀ। ਹਾਂ, ਮੈਂ ਝੂਠ ਬੋਲ ਦਿਆਂਗਾ, ਪਰ ਇਹ ਵੀ ਤਾਂ ਔਖੀ ਗੱਲ ਹੈ। ਇਸੇ ਕਸ਼ਮਕਸ਼ 'ਚ ਮੈਂ ਲਾਡੀ ਵਾਲੇ ਕਮਰੇ ਵਿੱਚ ਪਹੁੰਚਦਾ। ਉਸ ਮੰਜੇ 'ਤੇ ਪਿਆ ਔਖੇ ਸਾਹ ਲੈ ਰਿਹਾ ਹੈ। ਡਾਕਟਰ ਨੇ ਉਸਦੀ ਨਬਜ਼ ਹੱਥ ਵਿੱਚ ਫੜੀ ਹੋਈ ਹੈ। ਇੱਕ ਪਾਸੇ ਬੈਠੀ ਉਸਦੀ ਪਤਨੀ ਰੋ ਰਹੀ ਹੈ। ਮੇਰਾ ਦਿਲ ਘਬਰਾਉਣ ਲੱਗਦਾ ਹੈ। ਮੈਂ ਪਰੇ ਜਾ ਕੇ ਹਸਪਤਾਲ ਦੇ ਇੱਕ ਮੁਲਾਜ਼ਮ ਪਾਸ ਜਾ ਖੜਦਾ ਹਾਂ। ਉਹ ਬੋਲਦਾ ਹੈ, सरदार जी, किसको मिलना है? मैंने तो अवतार सिंह को मिलना है। ओह, अवतार सिंह, वो तो साला मर रहा है। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।